ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਮਨ ਬਿਰਤੀਆਂ ਨੂੰ ਇਕਾਗਰ ਕਰੀਏ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਇਸ ਆਪੋ ਆਪਣੇ ਮਨ ਨੂੰ, ਕਿਉਂਕਿ ਸਾਰਿਆਂ ਦੇ ਕੋਲ ਆਪੋ ਆਪਣੇ ਮਨ ਹਨ, ਆਪੋ ਆਪਣੇ ਤਨ ਹਨ। ਦੇਹਾਂ ਸਰੀਰ ਹੀ ਸਾਰਿਆਂ ਦੇ ਕੋਲ ਆਪੋ ਆਪਣੇ ਸਰੀਰ ਹਨ, ਆਪੋ ਆਪਣੇ ਤਨ ਹਨ। ਉਹਨਾਂ ਦੇ ਵਿੱਚ ਰਹਿ ਰਹੇ ਮਨ ਹਨ। ਕੋਈ ਮਨ ਗੁਰੂ ਨਾਲ ਜੁੜ ਜਾਂਦਾ ਹੈ, ਕੋਈ ਉਂਝ ਹੀ ਦੁਨੀਆ ਦੇ ਵਿੱਚ ਸਾਰਾ ਦਿਨ ਰਾਤ ਗੁਜ਼ਾਰ ਦਿੰਦਾ ਹੈ। ਉਹ ਮਨ ਭਾਗਾਂ ਵਾਲਾ ਹੈ, ਕਰਮਾਂ ਵਾਲਾ ਹੈ, ਜਿਸ ਨੂੰ ਘੜੀ ਸਤਿਗੁਰਾਂ ਦੀ ਸੰਗਤ ਪ੍ਰਾਪਤ ਹੋ ਜਾਂਦੀ ਹੈ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ। ਧੰਨ ਉਹ ਮਨ ਹੈ ਜਿਹੜਾ ਘੜੀ ਗੁਰਬਾਣੀ ਨਾਲ ਸੰਗਤ ਕਰ ਲੈਂਦਾ ਹੈ, ਉਹਦਾ ਭਲਾ ਹੋ ਜਾਂਦਾ ਹੈ, ਸਿੱਧੇ ਰਾਹ ਤੇ ਤੁਰਨ ਲੱਗ ਪੈਂਦਾ ਹੈ। ਫਿਰ ਕੋਈ ਧੱਕਾ ਧੋੜਾ ਨਹੀਂ ਪੈਂਦਾ। ਸੋਧੇ ਸੋਧੇ ਰੇਗ ਚਲਹੋ ਤੁਮ ਨਤਰ ਕੋ ਧੱਕਾ ਦੇਵਈ ਹੈ ਰੇ। ਰਹਿਣਾ ਤੇ ਕਿਸੇ ਵੀ ਨਹੀਂ ਬਾਰੇ, ਬੁੱਢੇ ਤਰਨੇ ਭਈਆ ਸਭ ਹੂੰ ਜਮ ਲੈ ਜਈ ਹੈ ਰੇ। ਬਾਲਕ ਹੋਣ, ਬੁੱਢੇ ਹੋਣ, ਤਰਨੇ ਜਵਾਨ ਹੋਣ, ਜਿੰਨਾ ਜਿੰਨਾ ਸਮਾਂ ਹੈ ਆਪੋ ਆਪਣਾ ਪੂਰਾ ਕਰਕੇ ਜਮਾਂ ਨੇ ਲੈ ਜਾਣਾ ਹੈ। ਜਮਾਂ ਨਾਲ ਮੇਲ ਤਾਂ ਹੁੰਦਾ ਹੈ ਜੇ ਆਪਣੇ ਸਤਿਗੁਰੂ ਜੀ ਦਾ ਹੁਕਮ ਨਾ ਮੰਨ ਕੇ ਬੰਦਾ ਕੋ ਕਰਮ ਕਰਨ ਲੱਗ ਪਵੇ, ਪਾਪ ਅਪਰਾਧ ਕਰਨ ਲੱਗ ਪਵੇ, ਜ਼ੁਲਮ ਵਾਲੇ ਪਾਸੇ ਤੁਰ ਪਵੇ। ਤੇ ਜਿਹੜੇ ਜਿਹੜੇ ਗੁਰੂ ਦੀ ਸੰਗਤ ਕਰਦੇ ਹਨ ਉਹ ਬਚੇ ਰਹਿੰਦੇ ਹਨ। ਇਹ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਅੱਜ ਫੇਰ ਦਾਸ ਨੇ ਕੁਝ ਬਚਨ ਲਏ ਹਨ। ਪਹਿਲਾਂ ਆਪ ਜੀ ਨੇ ਸਰਵਣ ਕੀਤਾ ਸੀ। ਇਹ 24 ਅਵਤਾਰ ਦੇ ਵਿੱਚੋਂ ਇਹ ਸਾਰੀ ਕਥਾ ਚੱਲ ਰਹੀ ਹੈ। ਨਾਮ ਨੂੰ ਤਿਆਗ ਕੇ ਕੰਮਾਂ ਧੰਦਿਆਂ ਵੱਲ ਜਾਂ ਕਾਮ ਵਾਲੀ ਬਿਰਤੀ ਦੇ ਵਿੱਚ ਉਲਝ ਕੇ ਜ਼ਿੰਦਗੀਆਂ ਜਿਹੜੀਆਂ ਹਨ ਬਰਬਾਦ ਹੋ ਜਾਂਦੀਆਂ ਹਨ। ਲੱਜਾ ਖਤਮ ਹੋ ਜਾਂਦੀ ਹੈ। ਕਿਸੇ ਗਰੀਬ ਦੇ ਮੂੰਹ ਵਿੱਚ ਕੋਈ ਟੁਕੜਾ ਰੋਟੀ ਦਾ ਪੈ ਜਾਵੇ, ਆਪ ਜੀ ਸਰਵਣ ਕਰ ਰਹੇ ਸੀ। ਨਾਮ ਦਾਨ ਇਸ਼ਨਾਨ ਨਾ ਕੀਓ। ਇਸ਼ਨਾਨ ਤੱਕ ਵੀ ਭੁੱਲ ਜਾਂਦਾ ਹੈ। ਦਾਨ ਵੱਲੋਂ ਵੀ ਜਦੋਂ ਇਹ ਮਨ ਕੁਰਾਏ ਪੈ ਜਾਂਦਾ ਹੈ, ਮੁੱਖ ਮੋੜ ਲੈਂਦਾ ਹੈ, ਗੁਰੂ ਦੇ ਚਰਨਾਂ ਦਾ ਧਿਆਨ ਨਹੀਂ ਧਰਦਾ, ਸੁਭਾਅ ਦੁਸ਼ਟਤਾਈ ਵਾਲਾ ਬਣ ਜਾਂਦਾ ਹੈ, ਆਖਰ ਨਰਕਾਂ ਨੂੰ ਜਾਂਦਾ ਹੈ, ਪਛਤਾਉਣਾ ਪੈਂਦਾ ਹੈ। ਕਈ ਧਰਮ ਅਧਰਮ ਵਿੱਚ ਜਿਹੜੇ ਬਦਲ ਜਾਂਦੇ ਹਨ, ਉਹ ਧਰਮ ਕਹਿ ਕੇ ਖੋਹ ਲੈਂਦੇ ਹਨ। ਧਰਮ ਕਹਿ ਖੋਹੇਂਗੇ, ਪਾਪ ਕਰ ਰੋਹੇਂਗੇ। ਤੇ ਆਖਰ ਵਾਸਾ ਨਰਕ ਵਿੱਚ ਹੈ, ਦੋਜ਼ਖ ਵਿੱਚ ਹੈ। ਜੋ ਜੋ ਕੀਤਾ ਹੈ ਉਹਦੇ ਲੇਖੇ ਫਿਰ ਦੇਣੇ ਪੈਂਦੇ ਹਨ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੁਕਮ ਕਰਦੇ ਹਨ, ਦੋਜ਼ਖ ਪਾਏ ਸਿਰਜਣਹਾਰੇ, ਲੇਖਾ ਮੰਗੈ ਬਾਣੀਆਂ। ਨਰਕ ਪੁਨ ਬਾਸ ਹੈ, ਤਰਾਸ ਜਮ ਤਰਾਸ ਹੈ, ਅੰਦਰ ਜਮਾਂ ਦਾ ਡਰ ਲੱਗਾ ਰਹਿੰਦਾ ਹੈ। ਇਹ ਜਿਹੜਾ 5006
ਐਪੀਸੋਡ ਆਪ ਜੀ ਤੱਕ ਪਹੁੰਚਿਆ ਸੀ। ਅੱਜ 5007 ਹੈ। ਕੁਮਾਰ ਲਲਤ ਛੰਦ ਐਸਾ ਸਮਾਂ ਸਤਿਗੁਰੂ ਜੀ ਫਰਮਾਉਂਦੇ ਹਨ, ਦਾਤਾਰ ਪਾਤਸ਼ਾਹ ਕਲਗੀਆਂ ਵਾਲੇ ਬਾਜਾਂ ਵਾਲੇ ਜਿਨ੍ਹਾਂ ਨੇ ਉਲੱਥਾ ਕੀਤਾ ਹੈ, ਪੁਰਾਤਨ ਬੋਲੀ ਉਲੱਥਾ ਹੈ। ਅੱਜ ਕੱਲ੍ਹ ਆਪ ਜੀ ਦੀ ਤੁਸਾਂ ਦੀ ਸਾਧ ਸੰਗਤ ਬੋਲੀ ਟਰਾਂਸਲੇਸ਼ਨ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕ੍ਰਿਸ਼ਨਾ ਅਵਤਾਰ, ਰਾਮਾ ਅਵਤਾਰ, ਬਹੁਤ ਸਾਰੀਆਂ ਲਿਖਤਾਂ ਦਾ ਉਲੱਥਾ ਕੀਤਾ ਹੈ। ਇਹ ਜੋ ਆਪ ਜੀ ਸਰਵਣ ਕਰ ਰਹੇ ਹੋ, ਇਹ ਹੈ 24 ਅਵਤਾਰ, 24 ਅਵਤਾਰਾਂ ਦੀ ਕਥਾ ਦੇ ਵਿੱਚੋਂ ਸਰਵਣ ਪੈ ਕਰਦੇ ਹੋ। ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਕਥਾ ਹੈ। ਅਧਰਮ ਕਰਮ ਕਹਿ ਅਧਰਮ ਕਰਦੇ ਹਨ ਬੰਦੇ, ਐਸੇ ਸਮੇਂ ਆਉਣਗੇ। ਅਧਰਮ ਕਰਮ ਕਹਿ, ਅਧਰਮ ਵਾਲੇ ਕਰਮ ਕਰਨਗੇ। ਐਸੇ ਐਸੇ ਸਮੇਂ ਅੱਗੇ ਆ ਜਾਣਗੇ, ਪਰ ਭੁਲੇਖਾ ਇਹ ਹੋਵੇਗਾ ਅਸੀਂ ਧਰਮ ਕਮਾ ਰਹੇ ਹਾਂ। ਨਾ ਭੂਲ ਨਾਮ ਲਹੈ, ਅਧਰਮ ਕਰਮ ਕਹਿ ਨਾ ਭੂਲ ਨਾਮ ਲਹੈ। ਕਦੀ ਨਹੀਂ ਕਹਿੰਦੇ ਸਤਨਾਮ ਸ੍ਰੀ ਵਾਹਿਗੁਰੂ। ਉਂਝ ਹੀ ਅਧਰਮ ਦੇ ਵਿੱਚ ਪੈ ਕੇ ਭਰਮ ਪਾਲ ਲੈਂਦੇ ਹਨ ਕਿ ਅਸੀਂ ਧਰਮ ਕਰ ਰਹੇ ਹਾਂ। ਵਾਹਿਗੁਰੂ ਜੀ ਨੂੰ ਭੁੱਲ ਜਾਂਦੇ ਹਨ। ਜਿਸ ਨੇ ਮਾਂ ਦੀ ਕੁੱਖ ਵਿੱਚ ਸੋਹਣਾ ਘੜਿਆ, ਸਾਜਿਆ, ਬਣਾਇਆ, ਮਾਨਸ ਜਨਮ ਦਿੱਤਾ, ਉਸ ਨੂੰ ਭੁੱਲ ਜਾਂਦੇ ਹਨ। ਐਸੇ ਸਮੇਂ ਅੱਗੇ ਆਉਣਗੇ। ਸਤਿਗੁਰੂ ਜੀ ਟਰਾਂਸਲੇਟ ਕਰ ਰਹੇ ਹਨ 24 ਅਵਤਾਰ ਦੀ ਕਥਾ ਗੁਰਮੁਖੀ ਦੇ ਵਿੱਚ ਸਤਿਗੁਰਾਂ ਨੇ ਲਿਖ ਦਿੱਤੀ ਹੈ, ਤਾਂ ਕਿ ਗੁਰਸਿੱਖ ਵੀ ਪੜ੍ਹਨਗੇ, ਇਹਨਾਂ ਨੂੰ ਵੀ ਕਾਫੀ ਵਿੱਚੋਂ ਸੋਝੀ ਮਿਲੇਗੀ, ਗਿਆਨ ਮਿਲੇਗਾ। ਉਹੀਓ ਸ਼ਬਦ ਇਹਨਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਵੀ ਮਿਲ ਜਾਣਗੇ। ਨਾ ਭੂਲ ਨਾਮ ਲਹੈ, ਨਾ ਭੂਲ ਨਾਮ ਲਹੈ। ਇਹਨਾਂ ਭੁੱਲ ਜਾਂਦੇ ਹਨ। ਨਾਮ ਭੁੱਲ ਜਾਂਦਾ ਹੈ ਮਾਲਿਕ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਸਤਨਾਮ ਜੀ ਦਾ, ਇੱਕ ਓੰਕਾਰ ਜੀ ਦਾ ਨਾਮ ਹੀ ਭੁੱਲ ਜਾਂਦਾ ਹੈ। ਆਪਣਾ ਘਰ ਹੀ ਭੁੱਲ ਜਾਂਦਾ ਹੈ, ਨਿਜ ਘਰ ਹੀ ਭੁੱਲ ਜਾਂਦਾ ਹੈ। ਵਾਹਿਗੁਰੂ ਜੀ ਪਰਮੇਸ਼ਰ ਜੀ ਭੁੱਲ ਜਾਂਦੇ ਹਨ। ਦਾਨ ਤੱਕ ਵੀ ਨਹੀਂ ਕਰਦੇ ਕਿ ਕੌਡੀ ਕਿਸੇ ਨੂੰ ਦਾਨ ਕਰ ਦੇਈਏ। ਐਸੇ ਸਮੇਂ ਅੱਗੇ ਅੱਗੇ ਆਉਣਗੇ। ਫਰਮਾ ਰਹੇ ਹਨ ਧੰਨ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਲਗੀਆਂ ਵਾਲੇ ਬਾਜਾਂ ਵਾਲੇ ਸਤਿਗੁਰੂ ਜੀ ਟਰਾਂਸਲੇਟ ਕਰ ਰਹੇ ਹਨ 24 ਅਵਤਾਰ ਦੀ ਕਥਾ। ਜਿਵੇਂ ਕ੍ਰਿਸ਼ਨਾ ਅਵਤਾਰ ਦੀ ਕੀਤੀ ਹੈ, ਰਾਮਾ ਅਵਤਾਰ ਦੀ ਕੀਤੀ ਹੈ, ਸਾਰੀਆਂ ਕਥਾਵਾਂ ਕੀਤੀਆਂ ਹਨ। ਬੜਾ ਆਨੰਦ ਆਉਂਦਾ ਹੈ ਜਦੋਂ ਓਨੀ ਕਥਾ ਕਰੋ ਜਿੰਨੀ ਲਿਖੀ ਹੋਈ ਹੈ। ਕਿ ਸੋਨਾ ਦਾਨ ਦੇਂਗੇ, ਆਪਣੀ ਕਮਾਈ ਵਿੱਚੋਂ ਕਿਸੇ ਨੂੰ ਦਾਨ ਵੀ ਨਹੀਂ ਦੇਣਗੇ। ਸੋ ਸਾਧ ਲੂਟ ਲਹਿੰਗੇ। ਜਿਹੜੇ ਸਾਧ ਮਨ ਹਨ, ਕਹਿ ਦੇਈਦਾ ਨਾ ਇਹ ਬੰਦਾ ਤੇ ਬਿਲਕੁਲ ਸੰਤ ਹੈ, ਸਾਧ ਹੈ, ਇਹਦੇ ਵਿੱਚ ਕੋਈ ਚਲਾਕੀ ਨਹੀਂ, ਕੋਈ ਕਲੈਵਰ ਟ੍ਰਿਕ ਨਹੀਂ ਇਹਦੇ ਵਿੱਚ। ਇਹੋ ਜਿਹਿਆਂ ਨੂੰ ਸਤਿਗੁਰੂ ਜੀ ਫਰਮਾਉਂਦੇ ਹਨ, ਨਾਲੇ ਉਲੱਥਾ ਕਰ ਰਹੇ ਹਨ 24 ਅਵਤਾਰਾਂ ਦੇ ਵਿੱਚੋਂ, ਨਾਲੇ ਟਰਾਂਸਲੇਟ ਕਰ ਰਹੇ ਹਨ ਨਾਲ ਨਾਲ ਕਿ ਸਿੱਧੇ ਸਾਧੇ ਲੋਕਾਂ ਨੂੰ ਲੋਕ ਲੁੱਟ ਲਿਆ ਕਰਨਗੇ। ਇੱਥੋਂ ਤੱਕ ਹੋਵੇਗਾ ਦੇ ਕੇ ਮੁੜ ਕੇ ਵਾਪਸ
ਨਾ ਦੇਹ ਫੇਰ ਲੈ ਕੇ, ਜੇ ਕਿਸੇ ਕੋਲੋਂ ਲੈ ਲੈਣਗੇ 1000 ਰੁਪਈਆ, 1000 ਪਾਉਂਡ, ਡਾਲਰ, ਕੋਈ ਵੀ ਕਰੰਸੀ ਹੋ ਸਕਦੀ ਹੈ ਆਲ ਵਰਲਡ ਦੇ ਵਿੱਚ, ਕਿੰਨੀ ਵੀ ਹੋ ਸਕਦੀ ਹੈ, ਲੈ ਕੇ ਮੁੱਕਰ ਜਾਣਗੇ। ਪੈਰਾਂ ਤੇ ਪਾਣੀ ਨਹੀਂ ਪੈਣ ਦੇਣਗੇ। ਅਸੀਂ ਕਦੋਂ ਲਏ ਤੁਹਾਡੇ ਕੋਲੋਂ ਪੈਸੇ, ਕਿਹੜੇ ਪੈਸੇ ਮੰਗਦੇ ਪਏ ਹੋ? ਐਸੇ ਐਸੇ ਸਮੇਂ ਅੱਗੇ ਆਉਣਗੇ। ਨਾ ਦੇਹ ਫੇਰ ਲੈ ਕੇ ਫੇਰ ਦੇਣਗੇ ਨਾ, ਮੁੱਕਰ ਜਾਣਗੇ। ਐਸੇ ਐਸੇ ਟਾਈਮ ਆਉਣਗੇ। ਨਾ ਦੇਹ ਦਾਨ ਕਹਿ ਕੇ, ਕਿਸੇ ਨੂੰ ਵੀ ਕੋਈ ਦਾਨ ਨਹੀਂ ਕਰਨਗੇ। ਨਾਮ ਕੇ ਨਾ ਲਹੈ, ਵੇ ਸਿੱਖ ਨਰਕ ਜਹੈ। ਨਾਮ ਨਹੀਂ ਜਪਣਗੇ, ਨਹੀਂ ਕਹਿਣਗੇ ਸਤਨਾਮ ਸ੍ਰੀ ਵਾਹਿਗੁਰੂ, ਹੋਰ ਹੀ ਕੁਝ ਜਪਦੇ ਰਹਿਣਗੇ ਸਾਰੀ ਜ਼ਿੰਦਗੀ। ਤੇ ਫਲ ਕੀ ਮਿਲੇਗਾ? ਸਤਿਗੁਰਾਂ ਨੇ ਉਹ ਲੱਥਾ ਕੀਤਾ ਹੈ, ਟਰਾਂਸਲੇਟ ਕੀਤਾ ਹੈ 24 ਅਵਤਾਰਾਂ ਦੀ ਕਥਾ ਵਿੱਚੋਂ। ਵਿਸ਼ੇਸ਼ ਨਰਕ ਦੇ ਵਿੱਚ ਜਾਣਗੇ। ਵਿਸ਼ੇਸ਼ ਨਰਕ ਦੇ ਵਿੱਚ ਉਹਨਾਂ ਦਾ ਵਾਸਾ ਹੋਵੇਗਾ। ਬੜਾ ਪਛਤਾਉਣਗੇ, ਬੜਾ ਪਛਤਾਉਣਗੇ। ਹਰ ਨਾਮ ਕੋ ਨਾ ਲਹੈ, ਵਾਹਿਗੁਰੂ ਜੀ ਦੇ ਨਾਮ ਨੂੰ ਨਹੀਂ ਜਪਣਗੇ। ਸਤਨਾਮ ਨਹੀਂ ਆਖਣਗੇ। ਜ਼ਿੰਦਗੀ ਮੁੱਕ ਜਾਵੇਗੀ, ਫਿਰ ਪਛਤਾਵਾ ਵੀ ਨਹੀਂ ਮਿਲੇਗਾ। ਨਾ ਧਰਮ ਠਾੜ ਰਹਿ ਹੈ, ਕਰੈ ਨਾ ਜੌਨ ਕਹਿ ਹੈ। ਜੋ ਸਤਿਗੁਰਾਂ ਦੇ ਹੁਕਮ ਹਨ, ਅਕਾਲ ਪੁਰਖ ਜੀ ਦਾ ਨਾਮ ਜਪਣ ਵਾਸਤੇ, ਐਵੇਂ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੰਗਤਾਂ ਨੂੰ ਅਕਾਲ ਪੁਰਖ ਦੇ ਲੜ ਲਾਇਆ, ਪਰਮੇਸ਼ਰ ਦੇ ਲੜ ਲਾਇਆ। ਆਦਿ ਅੰਤੇ ਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਸਾਡੇ ਉਹੀਓ ਗੁਰੂ ਹਨ, ਅਕਾਲ ਪੁਰਖ ਵਾਹਿਗੁਰੂ ਜੀ। ਤੁਸੀਂ ਉਹਨਾਂ ਨੂੰ ਜਪਣਾ ਹੈ। ਨਾ ਧਰਮ ਠਾਂਡ ਰਹਿ, ਸੱਚੇ ਧਰਮ ਨਾਲ ਮਨ ਨੂੰ ਠੰਡ ਪੈ ਜਾਂਦੀ ਹੈ, ਨਹੀਂ ਤਾਂ ਮਨ ਸੜਦਾ ਰਹਿੰਦਾ ਹੈ। ਤੇ ਜੇ ਨਾਮ ਜਪੇ ਸਤਨਾਮ ਸ੍ਰੀ ਵਾਹਿਗੁਰੂ, ਛਾਤੀ ਸੀਤਲ, ਮਨ ਸੁਖੀ। ਛੰਤ ਗੋਬਿੰਦ ਗੁਣ ਗਾਏ। ਮਨ ਸੁਖੀ ਹੋ ਜਾਂਦਾ ਹੈ ਜਦੋਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੈ ਨਾ ਜੌਨ ਕਹਿ, ਜੋ ਕਿਹਾ ਜਾਂਦਾ ਹੈ ਭਾਈ ਗੁਰੂਆਂ ਵੱਲੋਂ, ਨਾਮ ਜਪੋ ਅਕਾਲ ਪੁਰਖ ਵਾਹਿਗੁਰੂ ਜੀ ਦਾ, ਉਹ ਨਹੀਂ ਜਪਦੇ, ਨਹੀਂ ਜਪਦੇ, ਨਹੀਂ ਜਪਦੇ। ਸਮਾਂ ਜ਼ਿੰਦਗੀ ਦਾ ਐਵੇਂ ਹੀ ਲੰਘਾਈ ਜਾਂਦੇ ਹਨ। ਧੰਨ ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ 24 ਅਵਤਾਰ ਦਾ ਉਲੱਥਾ ਕਰ ਰਹੇ ਹਨ, ਟਰਾਂਸਲੇਟ ਕਰ ਰਹੇ ਹਨ। ਜੋ ਉਹਨਾਂ ਦਾ ਕੀਤਾ ਹੋਇਆ ਹੈ ਉਹ ਪੜ੍ਹ ਕੇ ਦਾਸਰਾ ਆਪ ਜੀ ਨੂੰ ਸੁਣਾ ਰਿਹਾ ਹੈ। ਬੜਾ ਗਿਆਨ ਹੈ, ਬੜਾ ਗਿਆਨ ਹੈ, ਬੜਾ ਗਿਆਨ ਹੈ। ਉਹ ਚੀਜ਼ਾਂ ਉਹ ਸਮੇਂ ਸਾਹਮਣੇ ਆ ਰਹੇ ਹਨ ਜੋ ਸਤਿਗੁਰਾਂ ਨੇ ਫਰਮਾ ਦਿੱਤੇ ਹਨ। ਐਸੇ ਸਮੇਂ ਵੀ ਸਤਿਗੁਰੂ ਜੀ ਹੁਕਮ ਕਰਦੇ ਹਨ। ਬਾਜਾਂ ਵਾਲੇ, ਕਲਗੀਆਂ ਵਾਲੇ, ਸਾਹਿਬ ਦਸ਼ਮੇਸ਼ ਪਿਤਾ ਦਾਤਾਰ ਪਾਤਸ਼ਾਹ ਜੀ ਹੁਕਮ ਪੈ ਕਰਦੇ ਹਨ। ਪਿਆਰਿਓ, ਐਸੇ ਸਮੇਂ ਵੀ ਆਉਣਗੇ, ਇਹ ਟਾਈਮ ਵੀ ਆਉਣਗੇ, ਲੋਕ ਵਾਹਿਗੁਰੂ ਜੀ ਨੂੰ ਭੁੱਲ ਕੇ, ਵਿਸਾਰ ਕੇ
ਜਿਨ੍ਹਾਂ ਨੇ ਜਨਮ ਦਿੱਤਾ ਹੈ ਮਾਂ ਤੇ ਪਿਓ ਨੇ। ਇੱਥੇ ਮਾਤਾ ਦਾ ਨਾਮ ਪਹਿਲੇ ਆਇਆ ਹੈ। ਨਾ ਪ੍ਰੀਤ ਮਾਤ ਸੰਗਾ, ਨਾ ਪ੍ਰੀਤ ਮਾਤ ਸੰਗਾ, ਨਾ ਪ੍ਰੀਤ ਮਾਤ ਸੰਗਾ। ਜਿਨ 9 ਮਹੀਨੇ 10 ਮਹੀਨੇ ਢਿੱਡ ਵਿੱਚ ਰੱਖਿਆ, ਕੁੱਖ ਵਿੱਚ ਰੱਖਿਆ, ਪਤਾ ਨਹੀਂ ਕਿਤਨੇ ਕੁ ਦੁੱਖ ਸਹਿ ਕੇ ਇਹ ਸਮਾਂ ਸੰਪੂਰਨ ਕੀਤਾ, ਇਹਦਾ ਜਨਮ ਹੋ ਜਾਵੇ, ਇਹਦਾ ਜਨਮ ਸੁੱਖਾਂ ਨਾਲ ਹੋ ਜਾਵੇ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ 24 ਅਵਤਾਰ ਦੀ ਕਥਾ ਵਿੱਚ ਫਰਮਾ ਰਹੇ ਹਨ, ਐਸਾ ਸਮਾਂ ਆਵੇਗਾ ਜਦੋਂ ਇਹਨਾਂ ਦੀਆਂ ਉਮਰਾਂ ਤਰਨ ਹੋਣਗੀਆਂ, ਜਵਾਨ ਹੋਣਗੀਆਂ, ਇੱਥੋਂ ਤੱਕ ਵਿਆਹ ਵਰੇ ਵੀ ਜਾਣਗੇ, ਇਹਨਾਂ ਦੀ ਪ੍ਰੀਤ ਆਪਣੀ ਮਾਂ ਨਾਲ ਨਾ ਰਹੇਗੀ। ਇਹ ਸਮੇਂ ਆਉਣਗੇ। ਨਾ ਪ੍ਰੀਤ ਮਾਤ ਸੰਗਾ, ਅਧੀਨ ਅਰਧੰਗਾ, ਨਾ ਪ੍ਰੀਤ ਮਾਤ ਸੰਗਾ। ਆਪਣੀ ਮਾਂ ਨਾਲ ਪ੍ਰੀਤ ਨਾ ਰਹੇਗੀ, ਪ੍ਰੇਮ ਨਾ ਰਹੇਗਾ। ਜਿਨੇ ਇੰਨੇ ਦੁੱਖ ਸਹੇ, ਇਹਨੂੰ ਇਸ ਦੁਨੀਆ ਵਿੱਚ ਲਿਆਉਣ ਵਾਸਤੇ, ਇਸ ਨੂੰ ਜਨਮ ਦੇਣ ਵਾਸਤੇ ਪਿਤਾ ਨਾਲ ਹੀ ਆ ਜਾਂਦੇ ਹਨ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰ। ਅਧੀਨ ਅਰਧੰਗਾ, ਧੰਨ ਧੰਨ ਦਸ਼ਮੇਸ਼ ਪਿਤਾ ਮਹਾਰਾਜ ਜੀ ਫਰਮਾਉਂਦੇ ਹਨ, ਐਸੇ ਸਮੇਂ ਆਉਣਗੇ ਆਪਣੇ ਪਰਿਵਾਰਾਂ ਦੇ ਅਧੀਨ ਰਹਿਣਗੇ, ਮਾਵਾਂ ਨਾਲੋਂ ਪ੍ਰੀਤਾਂ ਘਟ ਜਾਣਗੀਆਂ। ਅਪਛ ਪਛ ਪਛੈ, ਆਕਛ ਕਾਛ ਕਛੈ। ਖਾਣ ਪੀਣ ਦਾ ਜੋ ਪ੍ਰਸ਼ਾਦਾ ਪਾਣੀ ਹੈ, ਕਿਹੜਾ ਛਕਣਾ ਹੈ, ਕਿਹੜਾ ਨਹੀਂ ਛਕਣਾ, ਉਹ ਸਭ ਭੁੱਲ ਜਾਵੇਗਾ। ਹੋਰ ਹੀ ਕੁਝ ਜੋ ਮਾਨਸ ਦਾ ਭੋਜਨ ਨਹੀਂ, ਉਹ ਛੱਡ ਕੇ ਹੋਰ ਹੀ, ਇੱਥੋਂ ਤੱਕ ਅੰਨ ਵੀ ਕਈ ਲੋਕ ਛੱਡ ਦੇਣਗੇ। ਛੋੜਾ ਹੈ ਅੰਨ, ਕਰ ਹੈ ਪਾਖੰਡ। ਐਵੇਂ ਜ਼ਿੰਦਗੀ ਉਹ ਜੀਆਂ ਜਗ੍ਹਾ ਜਿਹੜੀਆਂ ਹਨ, ਜਿੱਥੇ ਜਾ ਕੇ ਮਨ ਮੰਦੇ ਪਾਸੇ ਲੱਗ ਜਾਂਦਾ ਹੈ, ਇਹੋ ਜਿਹੇ ਸਮੇਂ ਆ ਜਾਣਗੇ। ਆ ਜਿਹੜੀ ਜੀਭ ਦਿੱਤੀ ਸੀ ਨਾਮ ਜਪਣ ਵਾਸਤੇ, ਸਤਨਾਮ ਸ੍ਰੀ ਵਾਹਿਗੁਰੂ ਜੀ ਆਖਣ ਵਾਸਤੇ, ਅਪਾਖ ਬੈਨ ਭਾਖੈ। ਇਸ ਜੀਭਾ ਤੋਂ ਉਹ ਜੇ ਬੈਨ ਦੁਨੀਆ ਦੇ ਲੋਕ ਕੱਢਿਆ ਕਰਨਗੇ, ਜਿਹਦੇ ਨਾਲ ਦੂਜਿਆਂ ਦਾ ਦਿਲ ਦੁੱਖ ਜਾਵੇ। ਉਹ ਬੋਲ ਭਖਿਆ ਕਰਨਗੇ। ਉਹਨਾਂ ਬੋਲਾਂ ਨੂੰ ਇਸ ਜੀਭਾ ਨਾਲ ਬੋਲਣਾ ਸੀ ਸਤਨਾਮ, ਮਿੱਠਤ ਨਾਲ ਬੋਲਣਾ ਸੀ। ਮਿੱਠਤ ਨੇਮੀ ਨਾਨਕਾ ਗੁਣ ਚੰਗਿਆਈਆਂ ਤਤ, ਪਰ ਮਿਠਾਸ ਜਿਹੜੀ ਸੀ ਉਹ ਚਲੀ ਗਈ ਰਸਨਾ ਦੇ ਵਿੱਚੋਂ। ਐਸੇ ਸਮੇਂ ਆਉਣਗੇ। ਸਤਿਗੁਰੂ ਜੀ ਟਰਾਂਸਲੇਟ ਕਰ ਰਹੇ ਹਨ 24 ਅਵਤਾਰ ਦੀ ਕਥਾ। ਅਪਾਖ ਬੈਨ ਭਾਖੈ, ਕਿ ਸੋਨਾ ਕਾਣ ਰੱਖੈ। ਕਿਸੇ ਦੀ ਪਰਵਾਹ ਨਾ ਕਰਨਗੇ। ਜਿੰਨਾ ਉੱਚਾ ਬੋਲਿਆ ਜਾਵੇਗਾ ਬੋਲਿਆ ਕਰਨਗੇ ਕ੍ਰੋਧ ਵਿੱਚ ਆ ਕੇ। ਰੱਬ ਦਾ ਡਰ ਵੀ ਜਿਹੜਾ ਹੈ ਉਹ ਵੀ ਲੋਕਾਂ ਦੇ ਮਨਾਂ ਵਿੱਚੋਂ ਚਲਾ ਜਾਵੇਗਾ। ਰੱਬ ਦੇ ਭੈ ਨੂੰ ਵੀ ਨਹੀਂ ਮੰਨਣਗੇ, ਪਰ ਆਪਣਾ ਕੀਤਾ ਜਿਹੜਾ ਹੈ ਉਹ ਜ਼ਰੂਰ ਪਾਉਣਗੇ। ਆਪਣਾ ਕੀਤਾ ਜੋ ਜੋ ਵੀ ਸੰਸਾਰ ਵਿੱਚ ਹੈ, ਉਹਦਾ ਫਲ ਇਹਨਾਂ ਨੂੰ ਪਾਉਣਾ ਹੀ ਪਵੇਗਾ। ਇਹਨਾਂ ਨੂੰ ਪਾਉਣਾ ਹੀ ਪਵੇਗਾ। ਆਪਣੀ ਉਮਰ ਵਿੱਚ ਹੀ ਪਾ ਲੈਣਗੇ, ਨਹੀਂ ਤੇ ਅੱਗੇ ਜਾ ਕੇ ਪਾ ਲੈਣਗੇ। Whatever we have done in this world, its fruit will be found good or bad
in the old age and the after death। ਮਤਾਂ ਭੁੱਲ ਜਾਣ ਕੇ ਇਹਦਾ ਫਲ ਨਹੀਂ ਮਿਲੇਗਾ, ਇਹਦਾ ਫਲ ਮਿਲੇਗਾ ਹੀ ਮਿਲੇਗਾ। ਪਰ ਜਿਹੜੇ ਗੁਰੂ ਵਾਲੇ ਹਨ ਉਹ ਬਚ ਜਾਂਦੇ ਹਨ। ਜਿਹੜੇ ਗੁਰੂ ਵਾਲੇ ਹਨ, ਵਾਹਿਗੁਰੂ ਜੀ ਦੇ ਭੈ ਵਿੱਚ, ਪਰਮੇਸ਼ਰ ਜੀ ਦੇ ਭੈ ਵਿੱਚ ਰਹਿਣ ਵਾਲੇ ਹਨ, ਡਰ ਵਿੱਚ ਰਹਿਣ ਵਾਲੇ ਹਨ, ਉਹਨਾਂ ਨਾਲ ਇਹ ਕੁਝ ਨਹੀਂ ਬੀਤਦਾ। ਨਾ ਜੰਮ ਦੇਖਣੇ ਪੈਂਦੇ ਹਨ, ਨਾ ਸਜ਼ਾ ਮਿਲਦੀ ਹੈ, ਉਹ ਬਖਸ਼ੇ ਜਾਂਦੇ ਹਨ। ਤਾਈਓ ਤੇ ਕਹੀਦਾ ਹੈ ਸਤਿਗੁਰੂ ਦੇ ਚਰਨ ਪਰਸੋ, ਸਤਿਗੁਰੂ ਦੇ ਦਰ ਤੇ ਜਾਓ, ਸਤਿਗੁਰੂ ਦੇ ਹੁਕਮ ਨੂੰ ਮੰਨੋ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਅਹੰਕਾਰ ਵਿੱਚ ਉੱਚੀ ਉੱਚੀ ਆਵਾਜ਼ ਨਾਲ ਬੋਲਦੇ ਹਨ, ਕਿਸੇ ਨਾ ਕਾਣ ਰੱਖੇ, ਕਿਸੇ ਦੀ ਪਰਵਾਹ ਨਹੀਂ ਕਰਦੇ। ਅਧਰਮ ਕਰਮ ਕਰ ਹੈ। ਜਿਹੜੇ ਅਧਰਮ ਵਾਲੇ ਕੰਮ ਹਨ ਉਹ ਕਰਦੇ ਹਨ, ਧਰਮ ਵਾਲੇ ਕੰਮਾਂ ਨੂੰ ਇਗਨੋਰ ਕਰ ਦਿੰਦੇ ਹਨ। ਨਾ ਤਾਤ ਮਾਤ ਡਰ ਹੈ। ਤਾਤ ਪਿਤਾ ਜੀ ਨੂੰ ਕਹਿੰਦੇ ਹਨ, ਮਾਤ ਮਾਤਾ ਜੀ ਨੂੰ ਕਹਿੰਦੇ ਹਨ। ਜਿਵੇਂ ਕਲਗੀਆਂ ਵਾਲੇ ਸਤਿਗੁਰੂ ਜੀ ਹੁਕਮ ਕਰਦੇ ਹਨ, ਤਾਤ ਮਾਤ ਮੁਰ ਅਲਖ ਅਰਾਧਾ, ਬਹੁ ਬਿਦ ਜੋਗ ਸਾਧਨਾ ਸਾਧਾ। ਨਾ ਤਾਤ ਮਾਤ ਡਰ ਹੈ, ਨਾ ਮਾਂ ਦਾ ਡਰ, ਨਾ ਪਿਓ ਦਾ ਡਰ। ਐਸਾ ਸਮਾਂ ਆ ਜਾਵੇਗਾ, ਕੋ ਮੰਤਰ ਮੰਤਰ ਕਹਿ ਹੈ। ਵਾਹਿਗੁਰੂ ਗੁਰਮੰਤਰ ਨਹੀਂ ਜਪਣਗੇ ਆਪਣੀਆਂ ਲੋੜਾਂ ਵਾਸਤੇ। ਜਿਹੜਾ ਜਿਹੜਾ ਕੋਈ ਮੰਤਰ ਦੇਣਗੇ ਉਹ ਸਾਰੀ ਸਾਰੀ ਰਾਤ ਜਪਦੇ ਰਹਿਣਗੇ। ਹੋਰ ਹੀ ਮੰਤਰਾਂ ਵਿੱਚ ਇਹ ਮਨ ਉਲਝ ਜਾਵੇਗਾ। ਜੋ ਇੱਕ ਓੰਕਾਰ ਹੈ ਮੂਲ ਮੰਤਰ, ਜੋ ਗੁਰਮੰਤਰ ਹੈ, ਵਾਹਿਗੁਰੂ ਗੁਰਮੰਤਰ ਹੈ। ਜਪ ਹਉਮੈ ਖੋਈ। ਸਤਨਾਮ ਸ੍ਰੀ ਵਾਹਿਗੁਰੂ ਜੀ, ਜਿਵੇਂ ਸਤਿਗੁਰਾਂ ਨੇ ਹੁਕਮ ਕੀਤੇ ਹਨ ਗੁਰਬਾਣੀ ਵਿੱਚ, ਆਪਣੇ ਮਨ ਨੂੰ ਕੋਈ ਨਹੀਂ ਕਵੇਗਾ ਸਤਨਾਮ ਜਪ। ਉਹ ਤਾਂ ਨਹੀਂ ਕਵੇਗਾ ਕਿ ਉਹ ਗੁਰੂ ਤੋਂ ਦੂਰ ਹੈ। ਜੇ ਗੁਰੂ ਦੇ ਨੇੜੇ ਹੋਵੇ ਤਾਂ ਉਹਦੇ ਕੰਨਾਂ ਵਿੱਚ ਇਹ ਆਵਾਜ਼ ਪਵੇ, ਜਪ ਮਨ ਸਤਨਾਮ ਸਦਾ ਸਤਨਾਮ। ਸਤਿਗੁਰ ਨਾਮ ਨਿਧਾਨ ਦ੍ਰਿੜਾਇਆ, ਚਿੰਤਾ ਸਗਲ ਬਿਨਾਸੀ। ਫਿਰ ਸਾਰੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ ਹਨ। ਜਿਹੜੇ ਗੁਰਸਿੱਖ ਹਨ, ਗੁਰੂ ਪਿਆਰੇ ਹਨ, ਗੁਰੂ ਨਾਨਕ ਨਾਮ ਲੇਵਾ ਹਨ, ਸਾਧ ਸੰਗਤ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਜਿਹੜੇ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਪਿਆਰਿਓ ਮੰਨਣ ਵਾਲੇ ਹਨ, ਉਹਨਾਂ ਅੱਗੇ ਇਹ ਦੁੱਖ ਨਹੀਂ ਆਉਂਦੇ। ਉਹ ਪਿਤਾ ਦਾ ਵੀ ਡਰ ਰੱਖਦੇ ਹਨ, ਮਾਤਾ ਦਾ ਵੀ ਡਰ ਰੱਖਦੇ ਹਨ। ਉਹ ਕੁਮੰਤਰ ਸਾਨੂੰ ਆ ਮਿਲ ਜਾਵੇ, ਆ ਮਿਲ ਜਾਵੇ, ਇਸ ਤਰ੍ਹਾਂ ਕਿਸੇ ਕੋਲੋਂ ਮੰਤਰ ਜਿਹੜਾ ਹੈ, ਜਿਹਨੂੰ ਕੁਮੰਤਰ ਫਰਮਾ ਰਹੇ ਹਨ, ਉਹ ਲੈ ਕੇ ਨਹੀਂ ਜਪਦੇ। ਉਹ ਸਦਾ ਜਪਦੇ ਹਨ ਸਤਨਾਮ ਸ੍ਰੀ ਵਾਹਿਗੁਰੂ। ਸੋ ਮੰਤਰ ਕੋ ਨਾ ਲਹੈ, ਸੋ ਮੰਤਰ ਹੈ ਸਤਨਾਮ ਸ੍ਰੀ ਵਾਹਿਗੁਰੂ, ਉਹਨੂੰ ਨਹੀਂ ਜਪਦੇ। ਇਹ ਸਮੇਂ ਐਸੇ ਅੱਗੇ ਆਉਣਗੇ, ਕਿਉਂਕਿ ਉਹ ਗੁਰੂ ਕੋਲੋਂ, ਗੁਰੂ ਨਾਲੋਂ ਬਿੱਥ ਪਾ ਕੇ ਬਹਿ ਜਾਣਗੇ। ਸਤਿਗੁਰ ਤੇ ਵਿਛੜੇ ਤੇ ਨਹੀਂ ਦੁੱਖ ਪਾਇਆ। ਅਧਰਮ ਕਰਮ ਕਹਿ ਹੈ। ਅਧਰਮ ਵਾਲੇ ਕਰਮ ਕਰਕੇ ਤੇ ਸਮਝਣਗੇ ਅਸੀਂ ਧਰਮ ਕੀਤਾ ਹੈ, ਭੁਲੇਖੇ ਵਿੱਚ ਪੈ ਕੇ ਆਪਣਾ ਜੀਵਨ ਐਵੇਂ ਸਾਰਾ ਗਵਾ ਕੇ ਚਲੇ ਜਾਣਗੇ। ਸੋ ਭਰਮ ਧਰਮ ਖੋਏ ਹੈ। ਇਹ ਭਰਮ ਜਿਹੜਾ ਹੈ ਕਿ ਅਸੀਂ ਧਰਮ ਕਰ ਰਹੇ ਹਾਂ, ਸਾਰਾ ਕੁਝ ਖੁਆ ਕੇ ਤੁਰਦੇ ਬਣਨਗੇ ਖਾਲੀ ਹੱਥੀਂ, ਕੁਝ ਵੀ ਨਾ ਮਿਲੇਗਾ। ਸੋ ਕਾਲ ਫਾਸ ਫਸ ਹੈ। ਇਹੋ ਜਿਹੇ ਲੋਕ ਕਾਲ ਦੀ ਫਾਈ ਦੇ ਵਿੱਚ ਫਸਣਗੇ। ਨਿਦਾਨ ਨਰਕ ਬਸ ਹੈ। ਨਿਦਾਨ ਅੰਤ ਵੇਲੇ ਨਰਕਾਂ ਵਿੱਚ ਵਸਣਗੇ। ਕੁਕਰਮ ਕਰਮ ਲਾਗੇ। ਦੁਨੀਆ ਦੇ ਵਿੱਚ ਜਿਹੜੇ ਕੁਕਰਮ ਕਰਨ ਲੱਗੇ ਹੋਏ ਹਨ, ਜਾਂ ਆਉਣ ਵਾਲੇ ਸਮੇਂ ਵਿੱਚ ਸਤਿਗੁਰੂ ਜੀ 24 ਅਵਤਾਰ ਦੀ ਕਥਾ ਟਰਾਂਸਲੇਟ ਉਹਨਾਂ ਨੇ ਕੀਤੀ ਹੈ, ਉਲੱਥਾ ਕੀਤਾ ਹੈ, ਤਾਂ ਕਿ ਗੁਰਸਿੱਖਾਂ ਨੂੰ ਵੀ ਸਮਝ ਲੱਗ ਜਾਵੇ ਕੀ ਲਿਖਿਆ ਹੈ ਕ੍ਰਿਸ਼ਨ ਅਵਤਾਰ ਵਿੱਚ, ਕੀ ਲਿਖਿਆ ਹੈ ਰਾਮ ਅਵਤਾਰ ਵਿੱਚ, ਕੀ ਲਿਖਿਆ ਹੈ 24 ਅਵਤਾਰਾਂ ਦੇ ਵਿੱਚ। ਇਹ ਸਮਝ ਸਕਣ। ਐਸੇ ਸਮੇਂ ਆਉਣਗੇ ਲੋਕ ਕੁਕਰਮ ਕਰਨਗੇ, ਸੁਕਰਮ ਚੰਗੇ ਕਰਮਾਂ ਤੋਂ ਦੂਰ ਰਹਿਣਗੇ। ਕੁਕਰਮ ਕਰਮ ਲਾਗੇ।
ਸੋ ਧਰਮ ਛਾੜ ਭਾਗੇ। ਧਰਮ ਵਾਲਾ ਪਾਸਾ ਛੱਡ ਕੇ ਉਧਰ ਤੁਰ ਪੈਣਗੇ ਜਿੱਧਰ ਕੋ ਕਰਮ ਹੁੰਦੇ ਹਨ। ਕੋ ਕਰਮ ਕਰਮ ਲਾਗੇ ਸੋ ਧਰਮ ਛਾੜ ਭਾਗੇ। ਸੋ ਧਰਮ ਛਾੜ ਭਾਗੇ। ਐਸੇ ਐਸੇ ਸਮੇਂ ਹੋਣਗੇ ਗੁਰੂ ਵਾਲੇ ਬਚ ਜਾਣਗੇ। ਤਾਈਓ ਤੇ ਕਹੀਦਾ ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰੂ ਨੂੰ ਭੁੱਲ ਕੇ ਗੁਰੂ ਦੇ ਬਚਨ ਨੂੰ ਜਿਹੜੇ ਭੁੱਲ ਜਾਣਗੇ ਉਹ ਪਾਪ ਕਮਾਉਣਗੇ। ਕਦੀ ਕਦੀ ਨਹੀਂ, ਨਿਤ ਪਾਪ ਕਮਾਉਣਗੇ। ਕਮਾਤ ਨਿਤ ਪਾਪੰ ਬੇਸਾਰ ਸਰਬ ਜਾਪੰ। ਸਾਰੇ ਜਾਪ ਛੱਡ ਦੇਣਗੇ। ਜਿਵੇਂ ਗੁਰਸਿੱਖ ਪੜ੍ਹਦੇ ਹਨ, ਜਪਜੀ ਜਾਪ ਸਵਈਏ ਚੌਪਈ ਆਨੰਦ ਸਾਹਿਬ। ਜਦ ਤੱਕ ਨਿਤਨੇਮ ਨਾ ਕਰ ਲੈਣ ਮਨ ਨੂੰ ਸ਼ਾਂਤੀ ਨਹੀਂ ਮਿਲਦੀ। ਇੱਥੋਂ ਤੱਕ ਕਈ ਵਾਰੀ ਬੁਰਕੀ ਵੀ ਮੂੰਹ ਵਿੱਚ ਨਹੀਂ ਪਾਉਂਦੇ। ਵਾਹਿਗੁਰੂ ਜੀ ਨੂੰ ਭੁੱਲ ਕੇ, ਅਕਾਲ ਪੁਰਖ ਜੀ ਨੂੰ ਭੁੱਲ ਕੇ, ਪਰਮੇਸ਼ਰ ਜੀ ਨੂੰ ਭੁੱਲ ਕੇ, ਸਿਰਜਣਹਾਰ ਜੀ ਨੂੰ ਭੁੱਲ ਕੇ। ਸਿਰਜਣਹਾਰ ਤਾਂ ਕਹੀਦਾ ਹੈ, ਮਾਂ ਦੀ ਕੁੱਖ ਵਿੱਚ ਉਹਨਾਂ ਨੇ ਸਾਨੂੰ ਸਿਰਜਿਆ ਹੈ, ਬਣਾਇਆ ਹੈ, ਘੜਿਆ ਹੈ, ਆਹ ਰੂਪ ਸਾਨੂੰ ਦਿੱਤਾ ਹੈ। ਗੁਰੂ ਤੋਂ ਦੂਰ ਹੋ ਕੇ ਕਮਾਤ ਨਿਤ ਪਾਪੰ, ਪਾਪ ਕਮਾਉਂਦੇ ਹਨ ਨਿਤ। ਫਿਰ ਤੇ ਜਦੋਂ ਪਾਪ ਕਮਾਉਂਦੇ ਹਨ ਤੇ ਜਾਪ ਵਿਸਰ ਜਾਂਦਾ ਹੈ ਪਰਮੇਸ਼ਰ ਜੀ ਦਾ। ਬੇਸਾਰ ਸਰਬ ਜਾਪੰ। ਸੋ ਮਦ ਮੋਹ ਮੱਤੇ, ਨਸ਼ਿਆਂ ਦੇ ਮੋਹ ਵਿੱਚ ਮਸਤ ਹੋ ਜਾਂਦੇ ਹਨ ਵਾਹਿਗੁਰੂ ਜੀ ਨੂੰ ਭੁੱਲ ਕੇ। ਨਸ਼ਾ ਪਿਆਰਾ ਲੱਗਦਾ ਹੈ, ਗੁਰੂ ਪਿਆਰਾ ਨਹੀਂ ਲੱਗਦਾ। ਸੋ ਕਰਮ ਕਹਿ ਕੋ ਪੱਤੇ, ਇਹੋ ਜਿਹੇ ਕਰਮ ਕਰਦੇ ਹਨ ਕੁਪੱਤ ਵਾਲੇ। ਕਾਮ ਤੇ ਕ੍ਰੋਧ ਦੀ ਅੱਗ ਵਿੱਚ ਬਲਣ ਲੱਗ ਪੈਂਦੇ ਹਨ। ਸੋ ਕਾਮ ਕ੍ਰੋਧ ਰਾਚੇ, ਕਾਮ ਤੇ ਕ੍ਰੋਧ ਵਿੱਚ ਉਲਝ ਜਾਂਦੇ ਹਨ। ਉਤਾਰ ਲਾਜ ਨਾਚੇ ਉਤਾਰ ਲਾਜ ਨਾਚੇ। ਸੋ ਕਾਮ ਕ੍ਰੋਧ ਰਾਚੇ, ਉਤਾਰ ਲਾਜ ਨਾਚੇ। ਲਾਜ, ਹਯਾ, ਸ਼ਰਮ ਨੂੰ ਛੱਡ ਕੇ ਲਾਜ ਨੂੰ ਲਾਜ ਲਾ ਦਿੰਦੇ ਹਨ। ਸੋ ਮਦ ਮੋਹ ਮੱਤੇ, ਸੋ ਕਰਮ ਕਹਿ ਕੋ ਪੱਤੇ। ਸੋ ਕਾਮ ਕ੍ਰੋਧ ਰਾਚੇ, ਉਤਾਰ ਲਾਜ ਨਾਚੇ, ਉਤਾਰ ਲਾਜ ਨਾਚੇ, ਉਤਾਰ ਲਾਜ ਨਾਚੇ, ਉਤਾਰ ਲਾਜ ਨਾਚੇ। ਸੋ ਗੁਰੂ ਪਿਆਰਿਓ, ਬੜਾ ਗਿਆਨ ਦਿੱਤਾ ਹੈ। ਅਧਰਮ ਨੂੰ ਧਰਮ ਲੋਕ ਆਖਣਗੇ, ਹੁੰਦਿਆਂ ਹੋਇਆਂ ਵੀ ਦਾਨ ਨਹੀਂ ਦੇਣਗੇ। ਜਿਹੜੇ ਸਿੱਧੇ ਸਾਧੇ ਲੋਕ ਹਨ ਉਹਨਾਂ ਨੂੰ ਲੁੱਟ ਲੈਣਗੇ। ਜੇ ਕਿਸੇ ਕੋਲੋਂ ਕੋਈ ਲੈਣਗੇ ਉਧਾਰ ਸੁਧਾਰ, ਦੇਣ ਵੇਲੇ ਮਨ ਫੇਰ ਲੈਣਗੇ, ਬਦਲ ਲੈਣਗੇ। ਤੂੰ ਸਾਨੂੰ ਕਦੋਂ ਦਿੱਤਾ ਸੀ? ਦਾਨ ਵੀ ਨਹੀਂ ਦੇਣਗੇ ਆਪਣੀ ਕਮਾਈ ਵਿੱਚੋਂ, ਵਾਹਿਗੁਰੂ ਜੀ ਦਾ ਨਾਮ ਵੀ ਨਹੀਂ ਲੈਣਗੇ। ਤੇ ਸਤਿਗੁਰਾਂ ਨੇ ਹੁਕਮ ਕੀਤੇ ਹਨ, ਉਲੱਥਾ ਕੀਤਾ ਹੈ 24 ਅਵਤਾਰ ਵਿੱਚ, ਵਿਸ਼ੇਖ ਨਰਕ ਜੈ ਹੈ। ਵਿਸ਼ੇਸ਼ ਨਰਕ ਵਿੱਚ ਉਹਨਾਂ ਦਾ ਵਾਸਾ ਹੋਵੇਗਾ, ਕਿਉਂਕਿ ਉਹਨਾਂ ਦੇ ਕੋਲੋਂ ਕਰਮ ਮਾੜੇ ਹੋ ਜਾਣੇ ਹਨ। ਨਾ ਧਰਮ ਠਾਂਡ ਰਹਿ, ਧਰਮ ਦੀ ਮਨ ਵਿੱਚ ਠੰਡ ਨਾ ਰਵੇਗੀ, ਛਾਤੀ ਸੜਦੀ ਰਵੇਗੀ। ਕਰੈ ਨਾ ਜਾਉਨ ਕਹੈ, ਜੋ ਗੁਰੂ ਸਤਿਗੁਰਾਂ ਨੇ ਆਖਿਆ ਹੈ ਉਹਨੂੰ ਜਿਹੜੇ ਨਹੀਂ ਕਰਦੇ, ਨਹੀਂ ਕਰਨ ਦੇ ਨਾਲ ਉਹਨਾਂ ਨੂੰ ਔਜੜ ਰਾਹ ਮਿਲ ਜਾਂਦਾ ਹੈ। ਉਹ ਕੁਕਰਮ ਕਰਨ ਲੱਗ ਪੈਂਦੇ ਹਨ, ਜਿਹਦੇ ਨਾਲ ਨਰਕਾਂ ਦੇ ਭਾਗੀ ਬਣ ਜਾਂਦੇ ਹਨ। ਨਰਕਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਰਲਣਾ ਪੈਂਦਾ ਹੈ, ਮਿਲਣਾ ਪੈਂਦਾ ਹੈ। ਮਾਂ ਨਾਲ ਪ੍ਰੀਤ ਨਹੀਂ ਰਹਿੰਦੀ, ਆਪਣੇ ਹੀ ਪਰਿਵਾਰ ਦੇ ਨਾਲ ਅਧੀਨ ਅਰਧੰਗਾ ਜੁੜੇ ਰਹਿੰਦੇ ਹਨ। ਅਪਛ ਪਛ ਪਛ ਹੈ, ਖਾਣ ਪੀਣ ਦਾ
ਹਿਸਾਬ ਭੁੱਲ ਜਾਂਦਾ ਹੈ। ਅਪਾਖ ਬੈਨ ਪੱਖ ਹੈ, ਬੋਲਣਾ ਭੁੱਲ ਜਾਂਦਾ ਹੈ, ਕਿਵੇਂ ਬੋਲਣਾ ਹੈ। ਕਿਸੇ ਦੀ ਪਰਵਾਹ ਨਹੀਂ ਕਰਦੇ, ਅਧਰਮ ਵਾਲੇ ਕਰਮ ਕਰਦੇ ਹਨ, ਜਿਹਦੇ ਵਿੱਚ ਧਰਮ ਹੈ ਹੀ ਨਹੀਂ। ਨਾ ਪਿਤਾ ਦਾ ਡਰ, ਨਾ ਮਾਤਾ ਦਾ ਡਰ, ਕੁਮੰਤਰ ਜਪਦੇ ਹਨ। ਜੋ ਸੱਚਾ ਮੰਤਰ ਹੈ ਸਤਨਾਮ ਸ੍ਰੀ ਵਾਹਿਗੁਰੂ ਜੀ ਭੁੱਲ ਜਾਂਦੇ ਹਨ। ਕਾਲ ਦੀ ਫਾਂਸੀ ਆਖਰ ਗਲ ਵਿੱਚ ਪੈ ਜਾਂਦੀ ਹੈ। ਕੁਕਰਮ ਕਰਨ ਲੱਗ ਪੈਂਦੇ ਹਨ, ਸੋ ਧਰਮ ਨੂੰ ਛੱਡ ਬਹਿੰਦੇ ਹਨ, ਰੋਜ਼ ਪਾਪ ਕਮਾਉਂਦੇ ਹਨ। ਸਾਰਾ ਜਾਪ ਜਿਹੜਾ ਹੈ ਵਾਹਿਗੁਰੂ ਜੀ ਦਾ ਉਹ ਭੁੱਲ ਜਾਂਦੇ ਹਨ। ਸਤਨਾਮ ਸ੍ਰੀ ਵਾਹਿਗੁਰੂ। ਮਦ ਮੋਹ ਦੇ ਵਿੱਚ ਮੱਤੇ ਰਹਿੰਦੇ ਹਨ। ਬੜੇ ਬੜੇ ਐਸੇ ਕਰਮ ਕਰ ਬੈਂਦੇ ਹਨ ਜਿਹੜੇ ਭੈੜੇ ਹਨ। ਕਾਮ ਕ੍ਰੋਧ ਦੇ ਵਿੱਚ ਉਲਝੇ ਰਹਿੰਦੇ ਹਨ। ਲਾਜ ਨੂੰ, ਸ਼ਰਮ ਨੂੰ ਲਾਹ ਦਿੰਦੇ ਹਨ। ਉਤਾਰ ਲਾਜ ਨਾਚੇ, ਇੱਥੇ ਤੱਕ ਸੇਵਾ ਪ੍ਰਵਾਨ ਕਰਨੀ। ਕਈ ਭੁੱਲਾਂ ਹੋ ਗਈਆਂ ਹਨ। 24 ਅਵਤਾਰ ਵਿੱਚੋਂ ਕਥਾ ਕਰਦੇ ਹਾਂ। ਦਾਸ ਦਿਲਬਾਗ ਸਿੰਘ ਗੁਰਬਾਣੀ ਵਿਚਾਰ ਲੇਟਸ ਯੂਕੇ ਤੋਂ ਇਹ ਕਥਾ ਕੀਤੀ ਹੈ। ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚੋਂ 24 ਅਵਤਾਰਾਂ ਦੀ ਕਥਾ ਵਿੱਚੋਂ ਤੁਸੀਂ ਆਪਣੇ ਮੋਬਾਈਲਾਂ 'ਤੇ ਵੀ ਜਿਨ੍ਹਾਂ ਨੇ ਡਾਊਨਲੋਡ ਕੀਤੇ ਹੋਏ ਹਨ 4 ਅੱਖਰ ਪਾਓਗੇ। ਕੁਕਰਮ ਕਰਮ ਲਾਗੇ, ਸੋ ਧਰਮ ਛੱਡ ਭਾਗੇ। ਜਿਵੇਂ ਆਈ ਗ੍ਰੰਥ ਹਨ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਡਾਊਨਲੋਡ ਕੀਤੇ ਹੋਏ। ਜਦੋਂ ਇਹਨਾਂ ਵਿੱਚੋਂ ਜੋ ਆਪ ਜੀ ਨੇ ਸਰਵਣ ਕੀਤਾ ਹੈ ਕੋਈ ਵੀ 4 ਅੱਖਰ ਪਾਓਗੇ, ਇਹ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਹੜੀ ਹੈ 24 ਅਵਤਾਰਾਂ ਵਿੱਚੋਂ ਜੋ ਦਾਸਰੇ ਨੇ ਪੜ੍ਹੀ ਹੈ, ਆਪ ਜੀ ਨੂੰ ਦਰਸ਼ਨ ਹੋ ਜਾਣਗੇ। ਫਿਰ ਹੌਲੀ ਹੌਲੀ ਪ੍ਰੇਮ ਨਾਲ ਆਪ ਪੜ੍ਹ ਕੇ ਵੀ ਇਹਨਾਂ ਸ਼ਬਦਾਂ ਤੋਂ ਗਿਆਨ ਲੈਣ ਦੀ ਕਿਰਪਾਲਤਾ ਕਰਨੀ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾਸ ਨੂੰ, ਦਿਲਬਾਗ ਸਿੰਘ ਨੂੰ ਖਿਮਾ ਕਰ ਦਿਓ। ਕਈ ਭੁੱਲਾਂ ਹੋ ਜਾਂਦੀਆਂ ਹਨ, ਮੁਆਫ ਕਰ ਦਿਓ। ਸਾਧ ਸੰਗਤ ਰੱਬ ਦਾ ਰੂਪ ਹੈ, ਆਪ ਵੀ ਦਾਸ ਨੂੰ ਖਿਮਾ ਕਰ ਦਿਓ। ਮੈਂ ਭੁੱਲਣਹਾਰ ਹਾਂ। ਤੁਕ ਲਾ ਕੰਨਾ, ਅੱਖਰ ਅੱਗੇ ਪਿੱਛੇ ਪੜ੍ਹਿਆ ਜਾਂਦਾ ਹੈ। ਖਿਮਾ ਕਰ ਦੇਣ ਦੀ ਕਿਰਪਾਲਤਾ ਕਰਨੀ। ਨਾਮ ਜਪਿਆ ਕਰੋ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।